ਨਾਲ ਵੀ ਹੈਗੇ ਆਉਂਦੇ ਨੇ ਥੋੜਾ ਹੋਰ ਅੱਗੇ अंदर जाना अंदर जानी अंदर चल यार अंदर चल वेरी गुड वेरी गुड वेरी गुड चलो चलो राहुल अंदर 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 राहुल तकरारबाजी हुई रमनीत सिंह बिट्टू होरां नाल गल करन दी कोशिश करांगे कि की ਉਹ ਕਹਿਣਾ ਚਾਹੁੰਦੇ ਬਿੱਟੂ ਜੀ ਕਿਉਂਕਿ ਬੀਤੇ ਕੱਲ ਵੀ ਇਹਨਾਂ ਦਾ ਜਿਹੜਾ ਵਿਜੀਲੈਂਸ ਦੀ ਕਾਰਵਾਈ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਸਨ कौन सीगा कौन सीगा संदीप तार आजो 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 धक्के ना दिओ यार माड़ा पीछे हो जा फटाफट पीछे हो जा माड़ा यार दौड़ दा कर मैं अलग कर लूं ਇਹਨੂੰ ਇਹਨੂੰ ਜਿੰਨਾ ਮਰਜ਼ੀ ਬੋਲ ਬਿੱਟੂ ਸਰ ਕਿਸ ਤਰ੍ਹਾਂ ਦੀ ਸਾਜ਼ਿਸ਼ ਲੱਗਦੀ ਹੈ देखो साजिश सिर्फ इन्नी सी इस ਵੇਲੇ ਤਾਂ ਉਹ ਕਾਨੂੰਨ ਦੇ ਉਹ ਚ ਦਾਇਰੇ ਚ ਚਲੇ ਗਏ ਨੇ ਹੁਣ ਇਸ ਵੇਲੇ ਅੱਜ ਉਹਨਾਂ ਨੂੰ ਕੋਰਟ ਚ ਲੈ ਕੇ ਜਾਣਗੇ ਕੋਰਟ ਤੋਂ ਬਾਅਦ ਜਿੰਨੀ ਵੀ ਉਹਨਾਂ ਦੀ ਵਿਜੀਲੈਂਸ ਆ ਉਹਨਾਂ ਦੇ ਲਈ ਆਪਣੀ टाइम मंगेगी जज साहब अपना देख के जिन्नी लोड़ होगी उन्होंने टाइम देणगे पहला पर गल सिर्फ इन्नी सी आही कुछ सी ना जे उन्होंने तुसी घरों सम्मन दे के जां असीं कल तुहानूं आप उन्होंने लैके गए हैं 16 तरीक की तुसी FIR दर्ज की हुई आ ते फिर ਉਹਨੂੰ ਤੁਸੀਂ ਲੁਕੋ ਕੇ ਰੱਖਿਆ ਹੋਇਆ ਸਿਰਫ ਇਸੇ ਕਰਕੇ ਦਿਖਾਉਣਾ ਸੀ ਵੀ ਅਸੀਂ ਚੱਕ ਲਿਆਂਦਾ ਘੜੀਸ ਲਿਆਂਦਾ 3 ਵਜੇ ਬੱਚਿਆਂ ਨਾਲ ਸੁੱਤੇ ਪਏ ਅਸੀਂ ਬੈੱਡ ਤੋਂ ਚੱਕ ਲਿਆਂਦਾ ਉਹ ਇਸ ਗੱਲ ਨੂੰ ਅਸੀਂ ਤਾਂ ਸਿਰਫ ਕਹਿੰਦੇ ਸੀ ਉਹ ਮੀਡੀਆ ਨੇ ਬੜੀ ਸਾਡੀ ਮਦਦ ਵੀ ਕੀਤੀ ਹੈ ਇਸ ਕੰਮ ਦੇ ਵਿੱਚ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਵੀ ਕੱਲ ਉਹ ਅਸੀਂ ਆਪ ਆ ਕੇ ਵਿਜੀਲੈਂਸ ਵੀ ਨਾਲ ਸੀ ਜਦੋਂ ਪਹਿਲਾਂ ਤਾਂ ਪਤਾ ਨਹੀਂ ਸੀ ਵੀ ਕੌਣ ਨੇ ਪਰ ਜਦੋਂ ਅਸੀਂ ਵਿਜੀਲੈਂਸ ਦਫ਼ਤਰ ਆ ਗਏ ਤੇ SSP ਸਾਹਿਬ ਬੈਠੇ ਸੀ ਉਹਨਾਂ ਦੇ ਮੂਹਰੇ ਆਸ਼ੂ ਜੀ ਜਾ ਕੇ ਬਹਿ ਗਏ ਆ ਅਸੀਂ ਆਪਣੀ ਗੱਡੀ ਚ ਆ ਕੇ ਗ੍ਰਿਫਤਾਰੀ ਆ ਜਿਹੜੀ ਉਹ ਸਰੈਂਡਰ ਆ ਜਿਹੜਾ ਉਹ ਉਹਨਾਂ ਨੇ ਮਰਜ਼ੀ ਨਾਲ ਕਰਤਾ ਇਸ ਵੇਲੇ ਤੱਕ ਉਹਨਾਂ ਨਾਲ ਜੇ ਮੈਂ ਕਹਾਂ ਕੋਈ ਧੱਕਾ ਹੋਇਆ ਜਾਂ ਉਹਨਾਂ ਨਾਲ ਕੋਈ ਐਸੀ ਗੱਲ ਹੋਈ ਆ ਕੱਲ ਦੀ ਰਾਤ ਕੋਈ ਵੀ ਐਸੀ ਗੱਲ ਨਹੀਂ ਹੋਈ ਉਹ ਸਾਹ ਦੀ ਪ੍ਰੋਬਲਮ ਆ ਜਿਹੜੀ ਉਹਨਾਂ ਨੂੰ ਬੜੀ ਵੱਡੀ ਆ ਉਹ ਦਿੱਕਤ ਜਿਹੜੀ ਅੱਧੇ ਘੰਟੇ ਲਈ ਉਹਨਾਂ ਨੂੰ ਆਈ ਸੀ ਤੇ ਉਸ ਵੇਲੇ ਮੈਡੀਕਲ ਜਿਹੜੀ ਸਹੂਲਤ ਉਹਨਾਂ ਨੂੰ ਜਿਹੜਾ ਕਿ ਸਾਹ ਦਾ ਇਨਹੇਲਰ ਵਗੈਰਾ ਹੈ ਜਿਹੜਾ ਉਹ ਵਿਜੀਲੈਂਸ ਨੇ ਆਪਣੇ ਆਪ ਜਿਹੜਾ ਹੈ ਉਹ ਡਾਕਟਰੀ ਮਦਦ ਕੀਤੀ ਆ ਉਹ ਸਾਹ ਦੀ ਤਕਲੀਫ ਅੱਧਾ ਘੰਟਾ ਰਹੀ ਆ ਜਿਹੜੀ ਕਿ ਉਹਨਾਂ ਨੂੰ ਉਹ ਅਸਥਮੈਟਿਕ ਨੇ ਉਹਦੇ ਕਰਕੇ ਬਾਕੀ ਬਿਲਕੁਲ ਉਹ ਠੀਕ ਠਾਕ ਨੇ ਤੇ ਅੱਜ ਤੁਹਾਡੇ ਮੂਹਰੇ ਤੁਸੀਂ ਕਵਰ ਕਰੋਗੇ ਜਦੋਂ ਉਹ ਕੋਰਟ ਦੇ ਵਿੱਚ ਜਾਣਗੇ ਤੇ ਅਗਲੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਉਹ ਬਾਅਦ ਚ ਕਰਾਂਗੇ ਪਰ ਜਿਹੜਾ ਮਨਸੂਬਾ ਸੀ ਉਹਨਾਂ ਦਾ ਉਹ ਫਿਲਮੀ ਉਹ ਜ਼ਰੂਰ ਅਸੀਂ ਉਹਨਾਂ ਨੂੰ ਨਾਕਾਮ ਕੀਤਾ ਬਾਕੀ ਤਾਂ ਕੋਈ ਕਾਨੂੰਨ ਬਿੱਟੂ ਜੀ ਤੁਹਾਡੇ ਤੇ ਵੀ ਕੋਈ ਕੰਪਲੇਂਟ ਕੀਤੀ ਸੀਪੀ ਸਾਹਿਬ ਨੂੰ ਮੈਂ ਕੋਈ ਕਾਨੂੰਨ ਤੋਂ ਉੱਤੇ ਆ ਜੋ ਕਾਨੂੰਨ ਕੰਮ ਕਰੇਗਾ ਉਹ ਬਿਲਕੁਲ ਸਹੀ ਕੰਮ ਕਰੇਗਾ ਜੇ ਮੇਰੇ ਖਿਲਾਫ ਮੈਂ ਕੋਈ ਕਾਨੂੰਨੀ ਗਲਤ ਕੰਮ ਕੀਤਾ ਤਾਂ ਮੇਰੇ ਖਿਲਾਫ ਵੀ ਕਾਰਵਾਈ ਹੋਊਗੀ ਕਾਨੂੰਨ ਤਾਂ ਸਭ ਲਈ ਬਰਾਬਰ ਆ ਚਾਹੇ ਕੋਈ ਤਕੜਾ ਹੈ ਚਾਹੇ ਕਮਜ਼ੋਰ ਆ ਚਾਹੇ ਕੋਈ ਕਿੱਡਾ ਵੀ ਆ ਇਸ ਕਰਕੇ ਕਾਨੂੰਨੀ ਕਾਰਵਾਈ ਦੇ ਵਿੱਚ ਕੋਈ ਵੀ ਨਾ ਨੁਕਤਾਚੀਨੀ ਆ ਨਾ ਕੋਈ ਵਿਘਨ ਆ ਠੀਕ ਹੈ ਬਿੱਟੂ ਸਾਹਿਬ ਆਪਣਾ ਇੱਕ RTI ਐਕਸਪਰਟ ਹੈਗਾ ਕੁਲਦੀਪ ਖਹਿਰਾ ਉਹਨੇ ਫੇਸਬੁੱਕ ਔਰ ਟਵਿੱਟਰ ਦੇ ਉੱਤੇ ਇਹ ਪਾਇਆ ਹੈਗਾ ਵਾ ਵੀ ਜਿਹੜਾ ਰਮਨੀਤ ਸਿੰਘ ਬਿੱਟੂ ਹੈ ਇਹਨੂੰ ਵੀ ਗ੍ਰਿਫਤਾਰ ਕਰਨਾ ਚਾਹੀਦਾ ਇਹ ਕਾਂਗਰਸ ਪਾਰਟੀ ਨੂੰ ਇਕੱਠੇ ਕਰਕੇ ਉੱਥੇ ਦੰਗੇ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਮੈਨੂੰ ਕਰ ਲਓ ਗ੍ਰਿਫਤਾਰ ਪਤਾ ਨਹੀਂ RTI ਵਾਲੇ ਇਹੋ ਜਿਹੇ ਤਾਂ ਮੇਰੇ ਕਈ ਪਾਕਿਸਤਾਨ 'ਚ ਬੈਠੇ ਆ ਜਿਹੜੇ ਮੈਨੂੰ ਕਈ ਕੁਝ ਕਰਨਾ ਫਿਰਦੇ ਆ ਇਹ ਥੋੜੀ ਹੁੰਦਾ ਕਾਨੂੰਨ ਦੇ ਦਾਇਰੇ 'ਚ ਕੰਮ ਹੁੰਦਾ ਪਤਾ ਨਹੀਂ ਕਿਹੜਾ RTI ਐਕਟਿਵਿਸਟ ਹੋਣਾ ਮਜੀਠੀਆ ਮਾਮਲੇ 'ਚ ਵੀ ਨਾ ਦਲੀਲ ਕੰਮ ਆਈ ਨਾ ਤਾਰਾ ਕੰਮ ਆਈ ਨਾ AG ਸਾਹਿਬ ਕੰਮ ਆਏ ਕੀ ਲੱਗਦਾ ਮਤਲਬ ਕਿਸ ਤਰ੍ਹਾਂ ਦਾ ਇੰਪ੍ਰੈਸ਼ਨ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਬਈ ਹੁਣ ਲੱਗੂਗਾ ਨਾ ਪਤਾ ਲੋਕ ਜਿਹੜੇ ਆ ਉਹ ਦੇਖਦੇ ਨਹੀਂਗੇ ਜਿਹੜੇ ਕਹਿੰਦੇ ਸੀ ਬਈ ਅਸੀਂ ਹਰ ਮਾਂ ਨੂੰ ਇਨਸਾਫ ਦਿਵਾਉਣਾ ਅਸੀਂ ਹਰ ਉਸ ਧੀ ਨੂੰ ਜਿਹਦਾ ਘਰ ਵਾਲੇ ਦੀ ਮੌਤ ਹੋਈ ਆ ਨਸ਼ੇ ਨਾਲ ਮਾਂ ਦੇ ਪੁੱਤ ਨੂੰ ਇਨਸਾਫ ਦਿਵਾਉਣਾ ਅੱਜ ਮਜੀਠੀਆ ਜੀ ਤਾਂ ਫਿਰ ਰਹੇ ਆ ਖੁੱਲੇ ਆਮ ਉਹ ਤਾਂ ਮੂਹਰੇ ਦੜਾ ਰਹੇ ਆ ਅੱਜ ਭਗਵੰਤ ਮਾਨ ਦੀ ਸਰਕਾਰ ਦੇ ਕੇਜਰੀਵਾਲ ਦੇ ਪਰ ਦਿੱਲੀ ਜਿਹੜੀ ਕੇਜਰੀਵਾਲ ਆ ਜਦੋਂ ਮਾਫੀ ਮੰਗ ਗਿਆ ਸੀ ਤੇ ਉਹਨੇ ਉਹ ਮਦਦ ਕਰਨੀ ਸੀ ਉਹਨੇ ਛਡਾਉਣਾ ਸੀਗਾ ਉਹਨਾਂ ਨੇ ਇੱਕ ਕੇਸ ਦੇ ਇੱਕ ਵਕੀਲ ਨਹੀਂ ਪੇਸ਼ ਕੀਤਾ ਜਿਹੜਾ ਹਾਈ ਕੋਰਟ ਦੇ ਵਿੱਚ ਤੇ ਉਹ ਖੁੱਲ ਕੇ ਬਾਹਰ ਆ ਗਏ ਉਹ 'ਚ ਕੀ ਗੱਲ ਉਹ ਤਾਂ ਜਿਹੜੀ ਗੱਲ ਆ ਉਹ ਤਾਂ ਸਾਹਮਣੇ ਆ ਗਈ ਆ
ਜਿਹੜੀ ਜੱਗ ਜ਼ਾਹਿਰ ਗੱਲ ਆ ਜਿਹੜੀ ਹੋ ਗਈ ਆ ਉਹ ਤਾਂ ਕੋਈ ਲੁਕੀ ਨਹੀਂ ਗੱਲ। ਤੇ ਕੋਈ ਕਾਂਗਰਸ ਨਹੀਂ ਕਹਿ ਰਹੀ ਸੀ, STF SIT ED ਸਾਰੀਆਂ ਨੇ ਕੱਲੇ ਨੇ ਉਹਨਾਂ ਤੇ ਇਨਕੁਆਇਰੀ ਕਰਕੇ ਉਹ ਜੇਲ੍ਹ 'ਚ ਗਏ ਸੀ ਤੇ ਕੋਰਟ ਤੋਂ ਉਹਨਾਂ ਦੀ ਬੇਲ ਰਿਜੈਕਟ ਹੋਈ ਸੀ, ਪਹਿਲਾਂ ਲੋਅਰ ਕੋਰਟ ਤੋਂ ਹੋਈ, ਫਿਰ ਹਾਈ ਕੋਰਟ ਤੋਂ ਹੋਈ, ਫਿਰ ਸੁਪਰੀਮ ਕੋਰਟ ਤੋਂ ਹੋਈ, ਫਿਰ ਉਹ ਜੇਲ੍ਹ ਗਏ ਨਾ। ਕੋਈ ਉਹਨਾਂ ਨੇ ਧੱਕਾ ਤਾਂ ਕੀਤਾ ਨਹੀਂ ਜਿਵੇਂ ਆਸ਼ੂ ਜੀ ਨੂੰ ਚੱਕ ਰਹੇ ਸੀ, ਉਹਨਾਂ ਨੂੰ ਤਾਂ ਕੋਰਟ ਨੇ ਤੇ ਪਰ ਉਹ ਸਰਦਾਰ ਭਗਵੰਤ ਮਾਨ ਦੀ ਸਰਕਾਰ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਕੇ ਬਾਹਰ ਕਢਾਤਾ। ਇਹ ਹੁਣ ਲੋਕ ਫੈਸਲਾ ਕਰਨਗੇ। ਇਮਾਨਦਾਰੀ ਦੀ ਗੱਲ ਕਰੇ ਫਿਰ ਤਾਂ ਸਿੰਗਲਾ ਸਾਬਕਾ ਸਿਹਤ ਮੰਤਰੀ ਵੀ ਵਿਵਾਦਾਂ 'ਚ ਰਿਹਾ ਸੀ, ਫਿਰ ਉਹ MLA-ਸ਼ਿਪ 'ਚ ਕਿਉਂ ਹੈ? ਉਹ ਹੁਣ ਫਿਲਹਾਲ ਨਹੀਂ, ਉਹ ਤਾਂ ਅੰਦਰ ਉਹਦੇ ਨਾਲ ਗੱਲ ਕਰਕੇ ਹੀ ਉਹਨੂੰ ਅੰਦਰ ਕੀਤਾ ਸੀ ਜੀ। ਜੇ ਉਹਨੂੰ ਨਾ ਕੀਤਾ ਹੁੰਦਾ, ਇੱਕ ਤੁਹਾਨੂੰ ਯਾਦ ਹੋਣਾ ਜਦੋਂ ਪ੍ਰੈਸ ਕਾਨਫਰੰਸ ਸੀਐਮ ਸਾਹਿਬ ਨੇ ਕੀਤੀ ਸੀ, ਸੀਐਮ ਸਾਹਿਬ ਨੇ ਪਹਿਲਾਂ ਇਹ ਕਹੀ ਸੀ ਵੀ ਇੱਕ CD ਆ ਜਿਹੜੀ ਅਸੀਂ ਜਾਰੀ ਕਰਾਂਗੇ। ਭਗਵੰਤ ਮਾਨ ਹੋਣਾ ਨੇ ਇਹ ਗੱਲ ਕਹੀ ਸੀ, ਉਹ CD ਆ ਜਿਹੜੀ ਉਹ ਹੱਥ ਲੱਗ ਗਈ ਸੀ BJP ਦੇ। ਇਹਨਾਂ ਨੂੰ ਉਦੋਂ ਗੱਲ ਪਹਿਲਾਂ ਪਤਾ ਲੱਗੀ ਵੀ BJP ਪ੍ਰੈਸ ਕਾਨਫਰੰਸ ਸਰਕਾਰ ਦਿੱਲੀ ਦੀ ED ਵਾਲੇ ਜਾਂ CBI ਵਾਲੇ ਜਾਂ ਹੋਰ, ਉਹ ਇਹਨਾਂ ਨੇ ਪਹਿਲਾਂ ਹੀ ਉਹਨੂੰ ਆਪਦੇ ਮੰਤਰੀ ਨੂੰ ਸਮਝਾ ਕੇ ਭਾਈ ਵੀ ਦਿੱਲੀ ਵਾਲੇ ਫੜਨਗੇ, ਇੱਥੇ ਤਾਂ ਸਾਡਾ ਹੀ ਕੰਮ ਆ। ਤੇ ਉਹ ਕੋਰਟ 'ਚ ਤੁਹਾਨੂੰ ਯਾਦ ਆ ਜਦੋਂ ਹਾਈ ਕੋਰਟ ਤਰੀਕ ਹੋਈ ਉਦੋਂ ਵਕੀਲ ਕਹਿੰਦਾ ਸਾਨੂੰ ਤਾਂ ਲੋੜ ਹੀ ਨਹੀਂ ਜੀ, ਸਿੰਗਲਾ ਸਾਹਿਬ ਨੇ ਕੁਝ ਕੀਤਾ ਨਹੀਂਗਾ, ਉਹ ਡਰਾਮਾ ਸੀਗਾ, ਉਹ ਫੇਲ ਹੋ ਗਿਆ। ਉਹ ਸੰਗਰੂਰ ਇਲੈਕਸ਼ਨ ਜਿਹੜੀ ਆ ਜਿਹਦੇ ਲਈ ਉਹ ਡਰਾਮਾ ਕੀਤਾ ਸੀ ਉਹ ਨਾਕਾਮ ਹੋ ਗਈ, ਉਹ ਹਾਰ ਗਏ। ਤੇ ਇਸ ਕਰਕੇ ਹੁਣ ਮੰਤਰੀ ਜੀ ਤੋਂ ਕੀ ਕਰਾਉਣਾ ਹੈ, ਮੰਤਰੀ ਦੁਬਾਰਾ ਬਣ ਜਾਣਗੇ ਉਹ। ਤਾਂ ਲੱਗਦਾ ਸਰ ਕਾਂਗਰਸ ਦੀ ਇਮੇਜ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤੋਂ ਕਾਂਗਰਸ ਨੂੰ ਫਰਕ ਪਊਗਾ ਖਾਸ ਕਰ ਲੁਧਿਆਣੇ ਦੇ ਵਿੱਚ। ਦੇਖੋ ਇੱਕ ਗੱਲ ਨੂੰ ਸਮਝੋ, ਜਦੋਂ ਵੀ ਕਿਸੇ ਨੂੰ ਵੀ ਤੁਸੀਂ ਪਰੇਸ਼ਾਨ ਕਰੋਗੇ, ਤੰਗ ਕਰੋਗੇ, ਉਹ ਹਮੇਸ਼ਾ ਉਸ ਇਮਤਿਹਾਨ 'ਚੋਂ ਤਕੜੇ ਹੋ ਕੇ ਆਉਂਦਾ ਏ, ਉਸ ਤੋਂ ਮਜ਼ਬੂਤ ਹੋ ਕੇ ਹੁੰਦਾ ਏ। ਪਹਿਲਾਂ ਤਾਂ ਫੇਰ ਅੱਖ ਦੀ ਸ਼ਰਮ ਹੁੰਦੀ ਹੈ ਨਾ, ਜਦੋਂ ਇਸ ਤਰੀਕੇ ਨਾਲ ਤੁਸੀਂ ਕਿਸੇ ਨੂੰ ਵੈਂਡੇਟਾ ਕਰਦੇ ਹੋ, ਟੌਰਚਰ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋ, ਉਹਨਾਂ ਦੇ ਮਾਨਸਿਕ ਘਰ ਨੂੰ ਤੰਗ ਕਰਨ ਦੀ ਕੋਸ਼ਿਸ਼ ਕਰਦੇ ਹੋ। ਤੇ ਤੁਸੀਂ ਦੇਖਿਆ ਨਾ ਕਿਸ ਤਰੀਕੇ ਨਾਲ ਪਾਰਟੀ ਇਕਜੁੱਟ ਹੋਈ ਆ। 12 ਵਜੇ ਤੱਕ ਇੱਥੇ ਪ੍ਰਧਾਨ ਸੀਗੇ ਤੇ ਅੱਜ ਵੀ ਲਗਾਤਾਰ ਜਿਹੜੇ ਲੀਡਰਸ਼ਿਪ ਦਾ ਪ੍ਰੋਗਰਾਮ ਬਣਾਇਆ ਹੈ ਅਸੀਂ ਕਿਸੇ ਲੋਕਾਂ ਨੂੰ ਨਹੀਂ ਕੱਟ ਕੀਤਾ ਵੀ ਵਿਜੀਲੈਂਸ ਇਹ ਨਾ ਕਵੇ ਵੀ ਸਾਡੇ ਪ੍ਰੈਸ਼ਰ ਪਾ ਰਹੇ ਆ ਨਾ। ਅਸੀਂ ਸਿਰਫ ਇਸ ਕਰਕੇ ਉਰੇ ਬੈਠੇ ਆ ਵੀ ਕੋਈ ਵੀ ਇਹ ਝੂਠੀ ਕਾਰਵਾਈ, ਕੋਈ ਵੀ ਝੂਠੇ ਮੁਕੱਦਮੇ, ਕੋਈ ਵੀ ਐਸੀ ਗੱਲ ਨਾ ਕਰ ਸਕਣ। ਬਾਕੀ ਜੋ ਮਰਜ਼ੀ ਉਹਨਾਂ ਨਾਲ, ਉਹ ਤਾਂ ਇਹਨਾਂ ਦੇ ਕੋਲ ਨੇ, ਪਰ ਅਸੀਂ ਕਿਸੇ ਵਰਕਰ ਨੂੰ ਆਪਣੇ ਨੂੰ ਨਹੀਂ ਕਿਹਾ ਵੀ ਆ ਕੇ ਉਰੇ ਕੱਟ ਕਰ ਲਓ, ਘਰਾਓ ਕਰ ਲਓ ਨਾ। ਇਸ ਕਰਕੇ ਇਹ ਆਪਣਾ ਕੰਮ ਕਰਨ, ਕਾਨੂੰਨ ਤੋਂ ਉੱਤੇ ਕੁਝ ਨਹੀਂਗਾ। ਅਸੀਂ ਤਾਂ ਪਹਿਲਾਂ ਕਿਹਾ ਵੀ ਜੇ ਤੁਸੀਂ FIR ਦਰਜ ਕੀਤੀ ਹੈ ਤਾਂ ਭਾਈ ਲਓ ਆਸ਼ੂ ਜੀ ਨੂੰ, ਪਰ ਇਹ ਡਰਾਮਾ ਜਿਹੜਾ ਬਹਿਰੂਪੀਏ ਬਣ ਕੇ ਇੱਕ ਆਦਤ ਆ ਫਿਲਮੀ ਸਟਾਈਲ 'ਚ, ਉਹ ਕੰਮ ਫੇਲ ਹੋ ਗਿਆ ਇਹਨਾਂ ਦਾ। 3 ਠੇਕੇਦਾਰਾਂ ਦੀ ਜਿਹੜੀ ਥਿਉਰੀ ਹੈ, ਵਿਜੀਲੈਂਸ ਦੀ ਜਿਹੜੀ ਥਿਉਰੀ ਹੈ, ਉਹਨੂੰ ਫਿਰ ਡਿਨਾਈ ਕਰੋਗੇ? ਉਹ ਤਾਂ ਕੋਰਟ 'ਚ ਹੁਣ ਸਾਰਾ ਕੁਝ ਹੋਏਗਾ। ਤਾਂ ਕੋਰਟ 'ਚ ਲੜਾਈ ਆ ਜਿਹੜੀ, ਉਹ ਹੁਣ ਸਰਕਾਰ ਵਰਸਸ ਸਾਡੀ ਜਿਹੜੀ ਕਾਂਗਰਸ ਪਾਰਟੀ ਦੇ ਲੀਗਲ ਸੈੱਲ ਨੇ ਉਹ ਲੜਨਗੇ। ਜੋ ਉੱਥੇ ਮੈਦਾਨ 'ਚ ਪਤਾ ਲੱਗੂਗਾ, ਲੀਗਲ ਬੈਟਲ ਹੋਏਗੀ, ਉਹ 'ਚ निकलदा की। थैंक यू विश्व बिट्टू जी। मीडिया जर्नलिस्ट को पास देना। और आज भगवंत मान ने बोला है कि और भी पकड़ेंगे, तो हमारे पास आए थे, अब अगर पकड़ लिया हमने किसी बात की कोई आपत्ति नहीं जताई कि उन्होंने क्यों पकड़ा है। हम ये कह रहे थे पहले दिन से कि आप जब आपको जरूरत है किसी व्यक्ति की, आप उनको बुलाएं, और जब आप बुलाएंगे हमारे व्यक्ति आपके पास खुद ब खुद चल के आएंगे, और अगर आपको जरूरत है उनकी तो आप पकड़ सकते हैं। ये बात हम कहने के लिए विजिलेंस के दफ्तर पे, कार्यालय पे गए थे। हमारी कोई लड़ाई नहीं है इस प्रकार की भी क्यों पकड़ा, हमने कब कहा है क्यों पकड़ा है। आपने देखा होगा रात को लोगों ने धरना दिया था, हमने कहा कि भाई धरना उठाइए, हम सामने बैठेंगे, हम किसी के काम में कोई किसी के काम का कोई विरोध नहीं करेंगे, लेकिन पंजाब की जनता को ये बताने का काम करेंगे कि जिस प्रकार से ये कार्य और काम हो रहा है ये तरीका सही नहीं है। मैंने कल भी कहा और आज भी कह रहा हूं कि आप दिल्ली में CBI की बात कर रहे हैं, केजरीवाल सब खुद कह रहे हैं कि हम सब लोग जाएंगे CBI ने जिसको गिरफ्तार करना कर ले, ये केजरीवाल साहब ने कहा है कि नहीं कहा है। और उनको हम भी ऐसे गए हैं, उनके रेड हुआ है, FIR दर्ज हुई है। यहाँ आशु जी का नाम तो FIR में था ही नहीं, पहले पकड़ते हैं फिर FIR में नामजद करते हैं, पकड़ लिया नहीं पकड़ते हैं फिर नामजद करते हैं।
उन्होंने FIR किया, रेड किया, अभी तक बुलाया नहीं। सम्मन जारी होंगे, जब बुलाएंगे प्रक्रिया फॉलो करेंगे। हम ये नहीं कहते कि वो सही कर रहे हैं या कोई फलां गलत कर रहा है। हमारे लिए तो कोई प्रक्रिया भी नहीं है। हमारे लिए तो कह दिया जाता है कि चला दो, इनको भी पकड़ लेना है। तो फिर क्या करते हैं कि विजिलेंस आ जाती है। मैं थानू बेनती करनी चाहना है और मैं थानू विस्तार पूर्वक ये दस दिया। पहली गल, किसी दे बयाना दे आधार ते अगर कोई व्यक्ति खड़ा होके ये नया रीति रिवाज ना पाइए कि फलां बंदे ने बयान दिता है, फलां बंदे ने बयान दिता है कि फलां बंदे नूं मैं पैसे दिते, तुसी पर्चा दर्ज करता। कोई भी व्यक्ति, फिर मैं कह देना है कि फलां व्यक्ति नूं अज मैं जी न्यूज़ वाला मेरे तो पैसे ले गया। नहीं, मैं वैसे एक उदाहरण दे रहे हैं, फिर ਉਹਦੇ ਤੇ पर्चा दर्ज हो जाएगा। इस तरह का तौर तरीका जिहड़ा है ठीक नहीं है। जिहड़ी तुसी बिट्टू जी सुन लो, स्कूटर दे नंबर की गल कीती है, ये कोई फॉर्डर स्कैम नहीं है। मेरे कहने का मतलब, मैं किसी की अगवाई नहीं कर रहा स्कूटर की नंबर की, पर मैं ये कहना चाहना है, मैं ये गल कहना चाहना है, स्कूटर का नंबर किसी बंदे ने दिता की मैं पूछना चाहना मीडिया नूं जां मीडिया दे राही ऑफिशियल्स नूं की जिहड़ा झोना जां कणक ढोआ ढुआई हुई उस स्कूटर ते हुई। कहंदे 100 बोरी। मैं कह रहा कि स्कूटर ते बोरी ढोई के कार के मोटरसाइकिल ते ढोई। एरा मैं कारण दस देना थानू मीडिया नूं, व्हाट इज दिस हैपनिंग। मैं क्यों इहदे विच डीपली पुछया भी ये होया की, ये मैं थानू दसना चाहना है। जदों प्रोक्योरमेंट हुंदी है, मंडी च माल आ जांदा है, ਜਦੋਂ ਮੰਡੀ 'ਚ ਮਾਲ ਆ ਜਾਂਦਾ ਸਰਕਾਰ ਨੂੰ ਇਹ ਹੁੰਦਾ ਕਿ ਜਲਦੀ ਮੰਡੀ 'ਚੋਂ ਮਾਲ ਚੱਕ ਲਿਆ ਜਾਵੇ। ਤੁਸੀਂ ਕਈ ਵਾਰੀ ਚੈਨਲਸ ਤੇ ਚਲਾਉਣੇ ਹੋ ਕਿ ਟਰੈਕਟਰ ਚੱਕ ਰਹੇ ਨੇ ਮੰਡੀਆਂ 'ਚੋਂ ਮਾਲ। ਹਾਈ ਕੋਰਟ ਦੀ ਪਾਬੰਦੀ ਦੇ ਬਾਵਜੂਦ ਵੀ ਟਰੱਕ ਨਹੀਂ ਚੱਕ ਰਹੇ, ਟਰੈਕਟਰ ਚੱਕ ਰਹੇ ਨੇ। ਇਹ ਤੁਸੀਂ ਕਹਿੰਦੇ ਹੋ ਆਪ। ਤੁਸੀਂ ਪੰਜਾਬ ਦੇ ਬਹੁਤ ਸਾਰੇ ਜਿਹੜੇ ਟਰੈਕਟਰ ਉਹਨਾਂ ਦੇ नंबर नहीं है, क्योंकि बहुत पुराना 50,000 का टुटिया ट्रैक्टर हुंदा, किते ट्राली हुंदी है। मैं किसी ने पूछा भी ये होया क्यों। जिहड़ा गेट पास कटना है, गेट पास कटना है, वो गेट पास एक इंस्पैक्टर ने थल्लड़े, पता नहीं इंस्पैक्टर जां कोई होर लैवल का बंदा जिहड़ा मंडी च मौजूद हुंदा है, वो गेट पास कटदा है। और कई वारी हुंदा है कि जिहड़ा कंट्रैक्ट बेसिस ते, क्योंकि मंडियां ज्यादा होंदियां, स्टाफ उन्ना घट है, एक व्यक्ति को 15-15 मंडियां कह देंगे, मंडियां उन्नियां वो पहुंच नहीं कर सकता, तो कंट्रैक्ट बेसिस से डिपार्टमेंट आडा डिपार्टमेंट 1.5 2 महीने से बंदे रख लेंदा। फिर उन्हां ते वक्री लिखाई भी होएगी गेट पासा ते, एक बंदे की लिखाई होनी चाहिए है। जो ट्रैक्टर लोड हो गया गेट पास बुक ते, वो आके कह दिंदा जी मेरा ट्रैक्टर लोड हो गया, उत्थे ही बैठा वो नंबर लिखा दिंदा भी आह नंबर है जी, ते मैनू दिओ गेट पास मैं जावां। ਉਹਦੇ 'ਚ ਮਾਲ ਲੱਦਿਆ ਹੁੰਦਾ। ਮਾਲ ਮੈਨੂੰ ਲੱਗਦਾ ਹੈ ਜਿਹੜੀ ਫੂਡ ਐਂਡ ਸਿਵਲ ਸਪਲਾਈ ਹੈ, ਕੁਆਂਟਲਾਂ ਦੇ ਜਾਂ ਬੋਰੀ ਦੇ ਹਿਸਾਬ ਨਾਲ ਪੈਸੇ ਦਿੰਦੀ ਹੈ। ਉਹ ਫਿਰ ਉਹ ਮਾਲ ਚੱਕਦਾ ਹੈ, ਸਰਕਾਰ ਦਾ ਮਾਲ ਚੱਕਦਾ ਹੈ। ਸਰਕਾਰ ਦੇ ਮਾਲ ਵਾਸਤੇ ਟੈਂਡਰ ਹੋਇਆ ਨਾ, ਤੇ ਸਰਕਾਰ ਦਾ ਮਾਲ ਚੱਕਦਾ ਹੈ ਤੇ ਉਹ ਜਾ ਕੇ ਸ਼ੈਲਰ ਲੈ ਜਾਂਦਾ ਹੈ। ਸ਼ੈਲਰ ਲੈ ਜਾਂਦਾ ਹੈ। ਜਦੋਂ ਸ਼ੈਲਰ ਲੈ ਜਾਂਦਾ ਹੈ, ਉੱਥੇ ਸ਼ੈਲਰ ਦਾ ਮਾਲਕ ਗਿਣਤੀ ਕਰਕੇ ਉਹ ਮਾਲ ਦੀ ਵਾਪਸੀ ਚਿੱਟਾਂ ਉਹਨੂੰ ਦੱਸ ਦਿੰਦਾ, ਰਿਸੀਵਿੰਗ ਦੇ ਦਿੰਦਾ ਵੀ ਇੰਨਾ ਮਾਲ ਸਾਡੇ ਕੋਲੇ ਆ ਗਿਆ। ਫਿਰ ਉਸ ਠੇਕੇਦਾਰ ਨੂੰ ਸਰਕਾਰ ਉਹਨਾਂ ਚਿੱਟਾਂ ਦੇ ਮੁਤਾਬਕ ਕਿ ਇੰਨਾ ਮਾਲ ਤੂੰ ਢੋਤਾ, ਤੈਨੂੰ ਪੈਸੇ ਇੰਨੇ ਤੇਰੇ ਬਣ ਗਏ, ਇਸ ਭਾਅ ਨਾਲ ਅਸੀਂ ਇਹਨੂੰ ਤੈਨੂੰ ਪੈਸੇ ਦੇਤੇ। ਫਿਰ ਸਰਦਾਰ ਸਾਹਿਬ 2 ਮਿੰਟ ਚੁੱਪ ਦਾ ਦਾਨ ਬਖਸ਼ੋਗੇ। ਫਿਰ ਜਿਹੜਾ ਸ਼ੈਲਰ ਚੋਂ ਜਿਹੜਾ ਮਾਲ ਲੱਗਿਆ ਹੁੰਦਾ ਸਰਕਾਰ ਦਾ, ਉਹਨੂੰ ਸ਼ੈਲਿੰਗ ਹੋ ਕੇ, ਯਾਨੀ ਕਿ ਚਾਵਲ ਉਹਦਾ ਬਣ ਕੇ ਉਹ ਸ਼ੈਲਰ ਵਾਲਾ ਸਰਕਾਰ ਦੇ ਖਾਤੇ ਮਾਲ ਲਾਇਆ ਆਉਂਦਾ ਹੈ। ਸਰਕਾਰ ਦੇ ਖਾਤੇ ਜਦੋਂ ਮਾਲ ਲੱਗ ਜਾਂਦਾ ਹੈ ਤੇ ਫਿਰ FCI ਪੰਜਾਬ ਸਰਕਾਰ ਨੂੰ ਉਹ ਪੈਸਾ ਵਾਪਸ ਦੇ ਦਿੰਦੀ ਹੈ।
ਕਿ ਭਾਈ ਤੁਹਾਨੂੰ ਅਸੀਂ ਤੁਹਾਡਾ ਜ਼ਿਮੀਂਦਾਰ ਦਾ ਕਿਸਾਨ ਦਾ ਮਾਲ ਆਇਆ, ਅਸੀਂ ਉਹਨੂੰ ਲਾ ਲਿਆ, ਚੱਕਿਆ, ਤੁਸੀਂ ਸਾਨੂੰ ਪੈਸੇ ਦਿੱਤੇ ਜਿਹੜੀ CCI ਲਿਮਿਟ ਹੁੰਦੀ ਹੈ, ਤੇ ਅਸੀਂ ਹੁਣ ਤੁਹਾਨੂੰ ਮਾਲ ਤੁਹਾਡਾ ਜਮ੍ਹਾਂ ਕਰਾਤਾ ਤੇ ਪੈਸੇ ਕਟਾ ਕੇ ਸਾਨੂੰ ਵਾਪਸ ਕਰ ਦਿਓ। ਮੋਟਰਸਾਈਕਲ ਤੇ ਕੋਈ ਢੋਆ ਢਵਾਈ ਹੋਈ ਨਹੀਂ, ਮਾਲ ਜਾ ਹੀ ਨਹੀਂ ਸਕਦਾ ਮੋਟਰਸਾਈਕਲ ਤੇ। ਗਲਤੀ ਉਹ ਕਿਉਂ? ਮੋਟਰਸਾਈਕਲ ਦਾ ਨੰਬਰ ਪਿਆ, ਇੱਕ ਮਿੰਟ, ਜਾਂ ਉਹ ਸਕੂਟਰ ਦਾ ਨੰਬਰ ਪਿਆ, ਉਹ ਟਰੈਕਟਰ ਵਾਲੇ ਨੇ ਲਿਖਾਇਆ, ਟਰੈਕਟਰ ਦਾ ਸਹੀ ਨੰਬਰ ਸੀਗਾ ਕਿ ਨਹੀਂ ਸੀਗਾ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਅੱਜ ਕੱਲ ਪੰਜਾਬ ਦੇ ਅੰਦਰ ਜਿਹੜੇ ਕਿਸਾਨਾਂ ਦੇ ਟਰੈਕਟਰ ਹੈ ਉਹਨਾਂ ਦੀਆਂ ਸਾਰਿਆਂ ਦੀਆਂ ਰਜਿਸਟ੍ਰੇਸ਼ਨ ਨਹੀਂ ਹਨ। ਜਿਹੜੇ ਪੁਰਾਣੇ ਟਰੈਕਟਰ ਹੈ, ਐਸੇ ਬਥੇਰੇ ਟਰੈਕਟਰ ਨੇ ਜਿਨ੍ਹਾਂ ਦੀਆਂ ਕੋਈ ਰਜਿਸਟ੍ਰੇਸ਼ਨ ਹੀ ਨਹੀਂ। ਉਹ ਫਿਰ ਜੋ ਲਿਖਾ ਦਿੰਦੇ ਉਹ ਨੰਬਰ ਲਿਖ ਲਿਆ, ਉਹ ਜ਼ਿੰਮੇਵਾਰੀ ਟਰੈਕਟਰ ਦੇ ਨੰਬਰ ਦੀ। ਯਾਰ ਮੈਂ ਮੀਡੀਆ ਰਾਹੀਂ ਪੁੱਛਣਾ ਚਾਹੁੰਦਾ ਸਰਕਾਰ ਦੀ ਕਿ ਇੱਕ ਕੈਬਨਿਟ ਮੰਤਰੀ ਦੀ ਜ਼ਿੰਮੇਵਾਰੀ ਹੈਗੀ ਆ ਕਿ ਉਹ ਜਾ ਕੇ ਟਰੈਕਟਰ ਦਾ ਨੰਬਰ ਚੈੱਕ ਕਰੇ। ਜੇ ਤਾਂ ਇਹ ਜ਼ਿੰਮੇਵਾਰੀ ਸਾਡੇ ਮੰਤਰੀ ਦੀ ਹੈ ਤਾਂ ਕੋਈ ਗੱਲ ਨਹੀਂ ਭਾਈ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ, ਤੁਸੀਂ ਸਾਡਾ ਬੰਦਾ ਫੜ ਲਿਆ ਹੈ। ਵੜਿੰਗ ਸਾਹਿਬ ਇੱਕ ਮਿੰਟ ਮੈਡਮ, ਮੈਨੂੰ ਗੱਲ ਪੂਰੀ ਕਰ ਲੈਣ ਦਿਓ। ਜੇ ਉਹਦੀ ਜ਼ਿੰਮੇਵਾਰੀ ਨਹੀਂ ਹੈ, ਤੁਸੀਂ ਠੇਕੇਦਾਰ ਫੜਿਆ ਤੇ ਠੇਕੇਦਾਰ ਨੇ ਤੁਸੀਂ ਕਹਿੰਦੇ ਹੋ ਵੀ ਇਹਨਾਂ ਨੇ ਨਾਂ ਲੈ ਤੇ ਉਹਦਾ ਕੋਈ ਸਬੂਤ ਪੈਸੇ ਦਿੱਤੇ ਦਾ, ਪੈਸੇ ਨਗਦ ਦਿੱਤੇ, ਕੋਈ ਟ੍ਰਾਂਜੈਕਸ਼ਨ ਹੈ, ਫਲਾਂ ਹੈ। ਵੈਸੇ ਤਾਂ ਅਕਸਰ ਹੀ ਕਿਹਾ ਜਾਂਦਾ ਕਿ ਫਲਾਂ ਪ੍ਰਾਪਰਟੀ ਫਲਾਣੇ ਬੰਦੇ ਦੀ ਹੈ, ਫਲਾਂ ਪ੍ਰਾਪਰਟੀ ਫਲਾਣੇ ਬੰਦੇ ਦੀ ਹੈ, ਫਲਾਂ। ਜਿੰਨਾ ਚਿਰ ਕਾਗਜ਼ੀ ਪੱਤਰੀ ਕੋਈ ਚੀਜ਼ ਨਹੀਂ ਹੈ, ਤੁਸੀਂ ਕਾਨੂੰਨ ਦੇ ਸਾਹਮਣੇ ਕਿੱਦਾਂ ਸਾਬਿਤ ਕਰੋਗੇ ਕਿ ਇਹ ਫਲਾਣੇ ਨੂੰ ਪੈਸੇ ਦਿੱਤੇ, ਕਾਰੇ ਚੈੱਕ ਨਾ ਦਿੱਤੇ, ਕਾਰੇ ਨਾਲ ਪੈਸੇ ਦਿੱਤੇ? ਉਸ ਵੇਲੇ ਦੀ ਕੋਈ ਵੀਡੀਓ ਹੈ, ਕੋਈ ਵੌਇਸ ਨੋਟ ਹੈ ਵੀ ਮੈਂ ਫਲਾ ਸਮਝਦੀ ਹੈ। ਜੇ ਐਸਾ ਕੋਈ ਸਬੂਤ ਨਹੀਂ ਹੈ ਤੇ ਤੁਸੀਂ ਇੱਕ ਬੰਦੇ ਦੇ ਕਹਿਣ ਤੇ ਲਿਆ ਕੇ ਤੁਸੀਂ ਇੱਕ ਮੰਤਰੀ, ਕੈਬਨਿਟ ਰੈਂਕ ਦੇ ਮੰਤਰੀ ਨੂੰ ਫੜ ਲਿਆ। ਇਸੇ ਕਰਕੇ ਮੈਂ ਕਹਿੰਦਾ ਇਹ ਪ੍ਰਕਿਰਿਆ ਚੰਗੀ ਨਹੀਂ ਹੈ। ਤਾਂ ਕੱਲ ਨੂੰ ਕੋਈ ਵੀ ਵਿਅਕਤੀ ਖੜਾ ਹੋ ਕੇ ਕਿਸੇ ਦੇ ਖਿਲਾਫ ਵੀ ਕੋਈ वड़िंग साहब उस तो बाद जब बिट्टू जी को भी वड़िंग साहब बिट्टू जी के ऊपर भी FIR करने जा रही है सरकार। मैं आपको ये कहना चाहता हूँ, दिल्ली की बात भी, मैं किसी एजेंसी को ये नहीं कहना चाहता कि वो जायज काम कर रहे हैं। एजेंसीज का दिल्ली स्तर पर भी, दिल्ली के लेवल पर भी सरकारें, ये नई रवायत पड़ गई। अब मैंने कल देखा था वो इमरान खान के ऊपर टेररिस्ट एक्ट लगा दिया गया है पाकिस्तान में। अब इमरान खान कोई आतंकवादी तो नहीं हो सकता जो देश का प्रधानमंत्री रहा है, और पहले भी ये फितरत रही है जो देश का प्रधानमंत्री होता है उसको पकड़ के सलाखों के पीछे। हिंदुस्तान पाकिस्तान बनने जा रहा है, हिंदुस्तान पाकिस्तान बनने जा रहा है। एजेंसीज को ऐसा काम नहीं करना चाहिए, गलत एजेंसीज का इस्तेमाल नहीं होना चाहिए, चाहे वो दिल्ली में हो रहा है, चाहे में पंजाब में हो रहा है। लेकिन आम आदमी पार्टी की सरकार अब अपने आदमी के साथ खड़ी होती है तो कह रहे हैं हमारे वाले कट्टर ईमानदार है। आप बिल्कुल हम नहीं आएंगे, हम यहाँ पर उनके साथ देने के लिए नहीं आएंगे। हम प्रदर्शन नहीं कर रहे, हम विरोध नहीं कर रहे, हम विजिलेंस के काम में किसी प्रकार का विघन नहीं डाल रहे, वो नहीं कर रहे। उत्थे तो वो कहते भी साडे वाले कट्टर ईमानदार है, असी सारे नाल जावांगे। अगर असी कहने हैं भी साडे वाले दे कोई सबूत ही नहीं है, वो जिहड़ी पॉलिसी है तुसी उन्हां नूं पॉलिसी दे हिसाब ते मनीष सिसोदिया जी ਨੂੰ ਘੇਰ ਰਹੇ ਆ ਵੀ ਪਾਲਿਸੀ ਦੇ ਵਿੱਚ ਦਿੱਕਤ ਹੈ। ਸਾਡੀ ਪਾਲਿਸੀ ਤਾਂ ਕੈਬਨਿਟ 'ਚੋਂ ਅਪਰੂਵ ਹੁੰਦੀ ਹੈ, ਫਿਰ ਉਸ ਪਾਲਿਸੀ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਜਾਂਦਾ ਹੈ तमाम ਲੋਕਾਂ ਦੇ ਦੁਆਰਾ, ਫਿਰ ਹਾਈ ਕੋਰਟ ਫਿਰ ਅਪਰੂਵਲ ਦਿੰਦਾ ਕਿ ਜਿਹੜੀ ਪਾਲਿਸੀ ਹੈ ਉਹ ਸਹੀ ਬਣੀ ਹੈ। FIR 'ਚ ਵੀ ਲਿਖਿਆ ਪਾਲਿਸੀ ਸਹੀ ਬਣੀ ਹੈ। ਮੰਤਰੀ ਨੇ ਪਾਲਿਸੀ ਬਣਾਉਣੀ ਹੈ ਕਿ ਮੰਤਰੀ ਨੇ ਮੰਡੀ 'ਚੋਂ ਮਾਲ ਸਕੂਟਰ ਤੇ ਢੋਣਾ ਹੈ ਜਾਂ ਕਾਰ ਤੇ ਢੋਣਾ, ਇਹ ਮੰਤਰੀ ਦਾ ਕੰਮ ਨਹੀਂ। ਫਿਰ ਤਾਂ एक प्रक्रिया थल्ले लेके सारा 200 बंदा ले आओ। राजा साहब कल बिट्टू जी ने जिस तरह रोका, 200 बंदा बिट्टू जी के ऊपर भी कार्रवाई करने जा रही है। तक 3 लेयर ਦੀ ਬੈਰੀਕੇਡਿੰਗ ਕਰ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਸਰ ਕੱਲ ਬਿੱਟੂ ਜੀ ਨੇ ਰੋਕਾ, ਬਿੱਟੂ ਜੀ ਦੇ ਉੱਪਰ ਗੱਲ ਕਹੀ ਗਈ ਹੈ ਕਿ ਉਹ ਖਿੱਚ ਥਰੂ ਕਰਨਾ ਚਾਹੁੰਦੇ ਸੀਗੇ, ਬਸ ਉਹਨਾਂ ਦਾ ਇਹ ਹੈ ਕਿ ਚੱਕ ਕੇ ਲੈ ਜਾਓ। ਇਹਦੇ ਪਿੱਛੇ ਕੀ ਉਹਨਾਂ ਦਾ ਤੁਸੀਂ ਦੇਖੋ ਰੋਲ ਕੀ ਦਿਖਾਉਣਾ, ਦੇਖੋ
ਕਿਸੇ ਵਿਅਕਤੀ ਨੂੰ ਦਿਖਾਉਣਾ ਇਹਨੂੰ ਵਾਲ ਕੱਟਦੇ ਨੂੰ ਫੜ ਲਿਆ ਜਾਂ ਜਾਣ ਬੁੱਝ ਕੇ ਘਰ ਦੀ ਤਲਾਸ਼ੀ ਲੈਣੀ। ਘਰ ਦੀਆਂ ਜਵਾਕੜੀਆਂ ਨਿੱਕੀਆਂ ਨਿੱਕੀਆਂ ਕੁੜੀਆਂ 18-20 ਸਾਲ ਦੀਆਂ ਦੇ ਉਹਦੇ ਕੱਪੜੇ ਫਰੋਲਣੇ, ਕੱਪੜੇ ਫਰੋਲ ਕੇ ਹਰ ਧੀ ਭੈਣ ਦੀ ਮਾਂ ਦੀ ਇੱਜ਼ਤ ਦਾ ਮਸਲਾ ਹੁੰਦਾ ਹੈ। ਜਦੋਂ ਤੁਹਾਡੀ ਕਬੜ ਕੋਈ ਫਰੋਲ ਲੇ ਤੇ ਤੁਹਾਡੇ ਬੱਚੀਆਂ ਦੇ ਕੱਪੜੇ ਕੱਢ ਕੇ ਬਾਹਰ ਸੁੱਟੇ ਜਾਣ, ਇਹ ਚਾਹੇ ਕੋਈ ਵਿਅਕਤੀ ਹੈ, ਚਾਹੇ ਕਿਸੇ ਪਾਰਟੀ ਦਾ, ਚਾਹੇ ਗਰੀਬ ਹੈ, ਚਾਹੇ ਅਮੀਰ ਹੈ, ਇਹ ਕਿਸੇ ਨੂੰ ਅਧਿਕਾਰ ਨਹੀਂ ਹੈ। ਤੇ ਫੇਰ ਉਹਨਾਂ ਨਿੱਕੀਆਂ ਬੱਚੀਆਂ ਦੇ ਕੱਪੜੇ ਫਰੋਲਣ ਦੇ ਬਾਅਦ ਧੀਆਂ ਧਿਆਣੀਆਂ ਸਭ ਦੀਆਂ ਇੱਕ ਹੈ, ਮਾਵਾਂ ਭੈਣਾਂ ਸਭ ਦੀਆਂ ਇੱਕ ਹੈ। ਘਰ ਵਾਲੀਆਂ ਭਾਵੇਂ ਦੁਸ਼ਮਣ ਦੀ ਵੀ ਭੈਣ ਘਰ ਵਾਲੀ ਹੋਵੇ, ਉਹ ਸਾਡੀ ਭੈਣ ਲੱਗਦੀ ਹੈ। ਵਿਜੀਲੈਂਸ ਦੇ ਕਰਮਚਾਰੀ 15 ਬੰਦੇ ਅੰਦਰ ਵੜ ਕੇ ਕੱਪੜੇ, ਸਾੜੀਆਂ, ਹੋਰ ਐਸੀਆਂ ਚੀਜ਼ਾਂ ਜਿਹੜੀਆਂ ਸ਼ਰਮਸਾਰ ਹੁੰਦੀਆਂ, ਸਾਡੀਆਂ ਇੱਜ਼ਤ ਦੀਆਂ ਹੁੰਦੀਆਂ, ਉਹ ਫਰੋਲ ਕੇ ਸਿੱਟੇ ਜਾਣੇ ਕੋਈ ਚੰਗੀ ਗੱਲ ਨਹੀਂ ਹੈ। ਤੇ ਇਹ ਸਭ ਕਰਨ ਦੇ ਬਾਵਜੂਦ ਤੁਹਾਨੂੰ 1 ਰੁਪਿਆ ਨਾ ਮਿਲਿਆ ਹੋਵੇ, ਇਹ ਤੁਹਾਡੀ ਮਰਜ਼ੀ ਹੈ, ਕੋਈ ਗੱਲ ਨਹੀਂ। ਵੜਿੰਗ ਸਾਹਿਬ ਵਿਜੇ ਸਿੰਗਲਾ ਨੂੰ पर वड़िंग साहब, बिट्टू जी ने जिस तरह से रोका था, बिट्टू जी के ऊपर कार्रवाई करने के लिए लिखा गया है। विजय सिंगला खिलाफ कोई सबूत नहीं हाल तक सरकार पेश कर पाई कि यार मैं कह रहे हैं अल्टीमेटली ਇਹਨਾਂ ਗੱਲਾਂ 'ਚ ਕੋਈ ਦਮ ਨਹੀਂ ਰਹਿਣਾ। 2G ਸਕੈਮ ਹੋਇਆ ਸੀ, 2 ਲੱਖ ਕਰੋੜ ਰੁਪਏ ਦਾ ਘਪਲਾ। ਮੈਨੂੰ ਲੱਗਦਾ ਤੁਸੀਂ 25-30 ਪੱਤਰਕਾਰ ਖੜੇ ਹੋ, ਮੈਨੂੰ ਦੱਸ ਦਿਓ ਤੁਹਾਨੂੰ ਕਿਸੇ ਨੂੰ ਨੌਲੇਜ ਹੈਗੀ ਹੈ 2G ਸਕੈਮ ਬਾਰੇ? ਕਿਸੇ ਨੂੰ ਨਹੀਂ ਪਤਾ ਉਹ 2G ਸਕੈਮ ਹੈ ਕਿ ਤੁਸੀਂ ਕਹਿੰਦੇ ਇੱਕ ਟੈਲੀਕਾਮ ਸਕੈਮ ਹੈ, ਮੈਨੂੰ ਵੀ ਨਹੀਂ ਪਤਾ। ਪਰ ਉਹ ਚੱਲਿਆ ਕਿ 2 ਲੱਖ ਕਰੋੜ ਰੁਪਏ ਦਾ ਘਪਲਾ ਚਲਾਤਾ CBI। ਅੰਤ ਕੀ ਹੋਇਆ? 6 ਮਹੀਨੇ ਉਹ ਕਾਨੂੰਨ ਮੂਜੀ ਤੇ ਉਹ ਇਹ ਰਾਜਾ ਅੰਦਰ ਵੀ ਰਹਿ ਕੇ ਆਏ, ਲੇਕਿਨ ਬਾਈ ਇੱਜ਼ਤ ਬਰੀ ਕਰ ਦਿੱਤਾ ਗਿਆ। ਅੱਜ ਫੇਰ ਉਸੇ DMK ਦੀ ਸਰਕਾਰ ਤਮਿਲਨਾਡੂ 'ਚ ਬਣੀ। ਠੀਕ ਹੈ, ਇਹ ਲੋਕਾਂ ਦੀਆਂ ਨਜ਼ਰਾਂ 'ਚ ਕੁਝ ਲੋਕਾਂ ਨੂੰ ਇਸ ਤਰ੍ਹਾਂ ਦੀ ਕਹਾਣੀ ਬਣਾ ਕੇ ਇਹ ਸਾਡੇ ਹਾਲਾਤ ਐਸੇ ਬਣਾਉਣਾ ਚਾਹੁੰਦੇ ਹਨ। ਉਹ ਜਿਸ ਤਰ੍ਹਾਂ ਫਰਾਰ ਦੱਸਿਆ ਜਾ ਰਿਹਾ ਉਸ ਵਾਲੇ ਕਿ ਗਲਤ ਮੈਸੇਜ ਨਹੀਂ ਜਾਂਦਾ ਯਾਰ। ਹੁਣ ਮੀਨੂ ਮਲਹੋਤਰਾ ਦੇਖੋ, ਗੱਲ ਸੁਣ, ਕੌਣ ਹੈ ਮੀਨੂ ਮਲਹੋਤਰਾ? ਪਹਿਲੀ ਗੱਲ ਦੱਸ ਦਿਆਂ ਕਿ ਆਸ਼ੂ ਜੀ ਦਾ ਕੋਈ ਵੀ ਮੀਨੂ ਮਲਹੋਤਰਾ PA ਨਹੀਂ। ਜਾਣਕਾਰ ਹੋ ਸਕਦਾ ਹੈ, ਦੋਸਤ ਹੋ ਸਕਦਾ ਹੈ, ਪਰ ਕੋਈ PA ऑफिशियल ਕਿਸੇ ਪ੍ਰਕਾਰ ਦਾ ਮੀਨੂ ਨਹੀਂ ਹੈ। ਬੇਲੀ ਹੋ ਸਕਦਾ ਹੈ, ਸੱਜਣ ਹੋ ਸਕਦਾ ਹੈ, ਦੋਸਤ ਹੋ ਸਕਦਾ ਹੈ, ਮੈਨੂੰ ਇਸ ਬਾਰੇ ਪਤਾ ਨਹੀਂ ਹੈ, ਪਰ ऑफिशियल PA ਨਹੀਂ ਹੈ। ਦੂਜੀ ਗੱਲ, ਕੌਣ ਫਰਾਰ ਹੈ ਕੌਣ ਨਹੀਂ ਫਰਾਰ ਹੈ, ਉਹਦੀ ਜ਼ਿੰਮੇਵਾਰੀ ਆਸ਼ੂ ਜਾਂ ਰਾਜੇ ਵੜਿੰਗ ਦੀ ਨਹੀਂ ਹੈ। ਅਸੀਂ ਤਾਂ ਇਹ ਕਹਿੰਦੇ ਵੀ ਕਾਂਗਰਸ ਦਾ ਜਿਹੜਾ ਲੀਡਰ ਹੈ, ਜੇ ਸਾਨੂੰ ਕਿਸੇ ਨੂੰ ਸਾਡੀ ਜ਼ਰੂਰਤ ਹੈ, ਸਾਨੂੰ ਤੁਸੀਂ ਸੰਮਣ ਜਾਰੀ ਕਰੋ। ਸਾਡਾ ਵਿਅਕਤੀ ਪੇਸ਼ ਹੋਏਗਾ, ਦੂਸਰੇ ਕਿਸੇ ਵਿਅਕਤੀ ਦੀ। ਹੁਣ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਕਾਂਗਰਸ ने थोड़ी चकी। वड़िंग साहब, मेरा सवाल है, आशू जी के बाद अब शिकंजा कसने जा रही है बिट्टू जी के ऊपर। बिट्टू जी के खिलाफ इन्होंने कहा कि वड़िंग डाला। बात ये है, शिकंजा तो देखो जी, उन्होंने रात हम हर व्यक्ति कहते हैं कि हम कोई गुनहगार नहीं है भाई। ਕਿਸੇ ਆਪਦੇ ਸਾਥੀ ਦਾ ਸਾਥ ਦੇਣਾ ਜੇ ਗੁਨਾਹ ਹੈ ਤਾਂ ਫਿਰ ਠੀਕ ਹੈ। ਜੇ ਸਾਥੀ ਦਾ ਸਾਥ ਦੇਣ ਤੇ ਸਕੰਜਾ ਕੱਸਿਆ ਜਾਊਗਾ ਤੇ ਫਿਰ ਕੋਈ ਗੱਲ ਨਹੀਂ। ਫਿਰ इसको भी किस तरह से देखते हैं? ਹੁਣ ਕੀ ਪ੍ਰੋਗਰਾਮ ਹੈ ਕਾਂਗਰਸ ਪਾਰਟੀ ਦਾ? ਸਾਹਿਬ ਹੁਣ ਕੀ ਪ੍ਰੋਗਰਾਮ ਦੇ ਖਿਲਾਫ ਮੈਂ ਤਾਂ ਕਹਿ ਰਿਹਾ ਇਟਸ ਅ ਵੈਂਡੇਟਾ ਪੋਲਿਟਿਕਸ, ਬਦਲਾਖੋਰੀ ਦੀ ਭਾਵਨਾ ਨਾਲ। ਤੁਸੀਂ ਮੈਨੂੰ ਸਬੂਤ ਕਰ ਦਿਓ। ਜਦੋਂ ਇੱਕ ਮਿੰਟ, ਇਹਨਾਂ ਨੇ ਤੁਸੀਂ ਚਲਾਤਾ TV ਚੈਨਲਸ ਨੇ, तो फिर TV ਚੈਨਲਸ ਨੇ ਚਲਾਤਾ ਕਿ 2000 ਕਰੋੜ ਰੁਪਏ ਦਾ ਘਪਲਾ। ਤੁਸੀਂ ਸਾਬਤ ਕਰ ਦਿਓ, ਮੈਂ ਸਾਰੀ ਉਮਰ ਤੁਹਾਡਾ ਕਰਜ਼ਦਾਰ ਰਹੂੰਗਾ ਕਿ 2000 ਕਰੋੜ ਰੁਪਏ ਦਾ ਜਿਹੜਾ ਘਪਲਾ ਹੈ ਉਹ ਕਿੱਦਾਂ ਘਪਲਾ ਹੈ। ਤੁਹਾਨੂੰ ਮੈਂ ਆਖਿਆ ਕਿ ਮਾਲ ਗਿਆ ਹੀ ਨਹੀਂ। ਮਾਲ ਗਿਆ ਇੱਥੇ ਤਾਂ ਹੁੰਦਾ ਵੀ ਗੇੜੇ ਲਾ ਲੇ ਜੀ, ਸਕੂਟਰ ਦੇ ਨੰਬਰ ਤੇ ਗੇੜੇ ਕੱਢੀ ਗਿਆ ਤੇ ਪੈਸੇ ਲੈ ਗਿਆ। ਵੀ ਇੰਨਾ ਮਾਲ ਸਕੂਟਰ ਦੇ ਨੰਬਰ ਤੇ ਭੇਜਤਾ, 500 ਬੋਰੀ ਗਈ, ਸਕੂਟਰ ਦਾ ਨੰਬਰ ਸੀ, ਉਹਦੇ ਚ ਮਾਲ ਹੀ ਹੈ ਨਹੀਂ ਸੀ ਤੇ ਮੁਫਤ ਚ ਪੇਮੈਂਟ ਕਰਾ ਲਈ। ਐਸੀ ਕੋਈ ਗੱਲ ਹੀ ਨਹੀਂ ਹੈ। ਜਾਖੜ ਸਾਹਿਬ ਨੇ ਚੱਕਿਆ ਸੀ ਮੁੱਦਾ ਅਕਾਲੀ ਸਰਕਾਰ ਮੈਂ ਫਿਰ ਇਹੋ ਜਿਹੇ ਕਈ ਮੁੱਦੇ, ਕਿਉਂਕਿ ਅਲਟੀਮੇਟਲੀ ਜਿਹੜੇ ਇਹੋ ਜਿਹੇ ਕੇਸਿਸ ਹੁੰਦੇ ਇੱਕ ਦੂਜੇ ਦੀ